ਵਾਹਿਗੁਰੂ ਸਾਹਿਬ ਜੀਓ। ਉਤਰੇ ਨਿਜ ਨਿਜ ਸਕਲ ਠਿਕਾਨੇ, ਮਿਲ ਆਪਸ ਮਹਿ ਸੋ ਜਸ ਬਖਾਨੇ। ਉਤਰੇ ਨਿਜ ਨਿਜ ਸਕਲ ਠਿਕਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਸਰੂਪ, ਗੁਰੂ ਖਾਲਸਾ ਸਾਧ ਸੰਗਤ ਜੀਓ, ਬਹੁਤ ਹੀ ਵਡਭਾਗੇ ਹੋ ਜੋ ਕਿ ਸੰਧਿਆ ਕਾਲ ਦੇ ਸਜੇ ਹੋਏ ਪਾਵਨ ਪਵਿੱਤਰ ਦਰਬਾਰਾਂ ਅੰਦਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਪਰ ਵਿਰਾਜਮਾਨ ਦਸੋ ਹੀ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ। ਧੰਨ 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 ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀਆਂ ਪਾਵਨ ਪਵਿੱਤਰ ਹਾਜ਼ਰੀਆਂ ਭਰ ਰਹੇ ਹੋ। ਸਜੇ ਹੋਏ ਪਾਵਨ ਪਵਿੱਤਰ ਸੰਧਿਆ ਕਾਲ ਦੇ ਦੀਵਾਨਾਂ ਅੰਦਰ ਅੰਮ੍ਰਿਤ ਰੂਪ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਵਿਚਾਰ ਦਾ ਸਮਾਂ ਹੋਇਆ। ਮਨੋਬਿਰਤੀਆਂ ਦੇ ਤਾਈ ਇਕਾਗਰ ਕਰਦਿਆਂ ਹੋਇਆਂ ਪਾਵਨ ਪਵਿੱਤਰ ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ ਗੁਰੂ ਜਸ ਸਰਵਣ ਕਰ ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸੋ ਕੱਲ ਦੇ ਦੀਵਾਨਾਂ ਅੰਦਰ ਆਪ ਗੁਰਸਿੱਖ ਸੰਗਤਾਂ ਪ੍ਰਸੰਗ ਸਰਵਣ ਕੀਤਾ ਕਿ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਸ਼ੀਰ ਦਾ ਸ਼ਿਕਾਰ ਖੇਲਣ ਵਾਸਤੇ ਸਤਿਗੁਰੂ ਜੀ ਚੜ੍ਹੇ ਹਨ। ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਰਾਜੇ ਨੂੰ ਨਾਲ ਲੈ ਕੇ ਘਣੇ ਸੰਘਣੇ ਜੰਗਲ ਦੇ ਵਿੱਚ ਜੋ ਖੂੰਖਾਰ ਸ਼ੇਰ ਸੀ, ਤਿਸ ਸ਼ੇਰ ਦੇ ਸਨਮੁਖ ਢਾਲ ਤੇ ਤਲਵਾਰ ਲੈ ਕੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਪੈਦਲ ਹੀ ਸ਼ੇਰ ਦੇ ਸਨਮੁਖ ਜਾ ਡਟੇ। ਸ਼ੇਰ ਨੂੰ ਵੰਗਾਰਦਿਆਂ ਹੋਇਆਂ ਸਤਿਗੁਰਾਂ ਨੇ ਆਪਣੀ ਢਾਲ ਤੇ ਤਲਵਾਰ ਸੰਭਾਲੀ ਹੈ। ਸ਼ੇਰ ਨੇ ਗੁਰਾਂ ਦੇ ਉੱਪਰ ਵਾਰ ਕਰਦਿਆਂ ਚਬਾੜਾ ਅੱਡ ਕੇ ਬਲਪੂਰਵਕ ਛਾਲ ਮਾਰੀ। ਗੁਰਾਂ ਛਾਲ ਢਾਲ ਤੇ ਰੋਕ ਗਏ। ਤਲਵਾਰ ਦੇ ਨਾਲ ਸ਼ੇਰ ਨੂੰ ਲੱਕ ਦੇ ਵਿੱਚੋਂ ਵੱਢ ਦਿੱਤਾ ਹੈ, ਪੇਟ ਦੇ ਵਿੱਚੋਂ ਪਾਟ ਦਿੱਤਾ ਹੈ, ਜਿਸ ਕਾਰਨ ਸ਼ੇਰ ਦੀ ਮ੍ਰਿਤੂ ਹੋਈ ਤੇ ਗੁਰਾਂ ਦੇ ਕਰ ਕਵਲਾਂ ਦੁਆਰਾ ਮੌਤ ਹੋਣ ਕਾਰਨ ਇਹ ਸ਼ੇਰ ਦੀ ਜੋ ਰੂਹ ਹੈ, ਆਤਮਾ ਹੈ, ਉਹ ਪ੍ਰਮਾਤਮਾ ਦੇ ਨਾਲ ਜਾ ਮਿਲੀ ਹੈ, ਮੋਕਸ਼ ਪਦ ਦੀ ਪ੍ਰਾਪਤੀ ਹੋਈ। ਇਉਂ ਸ਼ਿਕਾਰ ਖੇਲ ਕੇ ਸਤਿਗੁਰੂ ਜੀ ਵਾਪਸ ਪਾਉਂਟਾ ਸਾਹਿਬ ਪਹੁੰਚੇ ਹਨ। ਇਹ ਪ੍ਰਸੰਗ ਆਪਾਂ ਕੱਲ ਦੇ ਦੀਵਾਨਾਂ ਅੰਦਰ ਸਰਵਣ ਕਰ ਚੁੱਕੇ ਹਾਂ। ਅੱਗੋਂ ਪਾਵਨ ਕਥਾ ਦੀ ਆਰੰਭਤਾ ਹੋ ਰਹੀ ਹੈ।
ਕਲਿਆਣਕਾਰੀ ਸਤਿਗੁਰਾਂ ਦਾ ਇਤਿਹਾਸ। ਗੁਰੂ ਜਸ ਸਰਵਣ ਕਰ, ਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਉਤਰੇ ਨਿਜ ਨਿਜ ਸਕਲ ਠਿਕਾਨੇ। ਜਦੋਂ ਪਾਉਂਟਾ ਸਾਹਿਬ ਸੈਨਾ ਸੰਯੁਗਤ ਸਤਿਗੁਰੂ ਜੀ ਰਾਜਿਆਂ ਨੂੰ ਨਾਲ ਲੈ ਕੇ ਤੇ ਵਾਪਸ ਪਹੁੰਚਿਆ ਤੇ ਸਾਰਿਆਂ ਨੇ ਆਪੋ ਆਪਣੇ ਟਿਕਾਣਿਆਂ ਤੇ ਜਾ ਉਤਾਰਾ ਕੀਤਾ ਹੈ, ਪੜਾ ਕੀਤਾ ਹੈ। ਮਿਲ ਆਪਸ ਮਹਿ ਸੋ ਜਸ ਬਖਾਨੇ। ਆਪਸ ਵਿੱਚ ਮਿਲ ਕੇ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਸ੍ਰੇਸ਼ਟ ਤੇ ਉਜਵਲ ਜਸ ਵਰਣਨ ਕਰਦੇ ਹੈ। ਸਗਰੇ ਲੋਕ ਕੇ ਹਰੀ ਹੇਰਹਿ। ਸ਼ੇਰ ਦਾ ਜੋ ਸ਼ਿਕਾਰ ਕੀਤਾ ਉਸ ਦੇ ਪਾਰਥਕ ਸਰੀਰ ਨੂੰ ਵੀ ਸਤਿਗੁਰੂ ਜੀ ਕਹਿ ਕੇ ਨਾਲ ਲੈ ਆਏ ਸਨ। ਤੇ ਪਾਉਂਟਾ ਸਾਹਿਬ ਦੇ ਵਿੱਚ ਹੁਣ ਸ਼ੇਰ ਦਾ ਪਾਰਥਕ ਸਰੀਰ ਨਗਰ ਵਾਸੀ ਲੋਕ ਆ ਕੇ ਵੇਂਦੇ ਤੇ ਬਿਸਮੈ ਹੁੰਦੇ, ਹੈਰਾਨ ਹੁੰਦੇ। ਮਾਰਨ ਤੇ ਬਿਸਮਾਏ ਵੱਡੇ ਰਹਿ। ਸਤਿਗੁਰਾਂ ਨੇ ਪੈਦਲ ਹੀ ਢਾਲ ਤੇ ਤਲਵਾਰ ਲੈ ਕੇ ਸ਼ੇਰ ਦੇ ਸਨਮੁਖ ਜਾ ਮੁਕਾਬਲਾ ਕਰਦਿਆਂ ਸ਼ੇਰ ਦਾ ਸ਼ਿਕਾਰ ਕਰ ਦਿੱਤਾ ਹੈ। ਇਸ ਤਰ੍ਹਾਂ ਸੁਣ ਵਿਚਾਰ ਕੇ ਤੇ ਬਿਸਮੈ ਹੁੰਦੇ ਹੈ, ਹੈਰਾਨ ਹੁੰਦੇ ਹੈ। ਸੋ ਦਿਨ ਬੀਤਿਓ ਨਿਸਾ ਬਿਤਾਈ। ਉਹ ਦਿਨ ਵੀ ਬਤੀਤ ਹੋ ਗਿਆ ਤੇ ਰਾਤ ਵੀ ਗੁਜ਼ਰ ਗਈ। ਵਿਸ਼ਰਾਮ ਕਰਕੇ ਰਾਤ ਕੱਟੀ। ਵਿਦਾ ਹੋਏ ਪੁਨ ਦੋਨੋਂ ਰਾਈ। ਉਪਰੰਤ ਦੋਨੋਂ ਹੀ ਰਾਈ, ਦੋਨੋਂ ਹੀ ਰਾਜੇ ਵਿਦਾ ਹੋਣ ਵਾਸਤੇ ਗੁਰਾਂ ਕੋਲ ਆਏ। ਜਬ ਦਰਬਾਰ ਲਗਿਓ ਤਬ ਆਏ। ਜਦੋਂ ਸਤਿਗੁਰਾਂ ਦਾ ਦਰਬਾਰ ਸਜ ਗਿਆ ਤੇ ਸਜੇ ਹੋਏ ਦਰਬਾਰ ਦੇ ਵਿੱਚ ਦੋਨੋਂ ਰਾਜੇ ਮੇਦਨੀ ਪ੍ਰਕਾਸ਼ ਤੇ ਫਤਿਹ ਸ਼ਾਹ ਦੋਨੋਂ ਹੀ ਰਾਜੇ ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ। ਕਰ ਬੰਧਨ ਕੋ ਬੈਨ ਸੁਨਾਏ। ਗੁਰੂ ਚਰਨਾਂ ਕਵਲਾਂ ਦੇ ਉੱਪਰ ਆ ਕੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਕਹਿਣ ਲੱਗੇ, ਦੇਗ ਹੇਤ ਲਿਹੋ ਹਮ ਤੇ ਗ੍ਰਾਮੋ। ਫਤਿਹ ਸ਼ਾਹ ਰਾਜਾ ਕਹਿਣ ਲੱਗਾ, ਸਤਿਗੁਰੂ ਜੀ ਆਪ ਜੀ ਦੇਗ ਲੰਗਰ ਚਲਾਉਣ ਵਾਸਤੇ ਮੇਰੇ ਕੋਲੋਂ ਨਗਰ ਲੈ ਲੈਣਾ ਕਰੋ। ਇੱਕ ਨਗਰ ਜਿਹੜਾ ਉਹ ਭੇਟਾ ਵਿੱਚ ਸਵੀਕਾਰ ਕਰ ਲਓ। ਭਲੋ ਕਰਹੁ ਰਾਵਰ ਗੁਣ ਧਾਮੋ। ਇਹ ਗੁਣਾਂ ਦੇ ਧਾਮ ਪਾਤਸ਼ਾਹ ਆਪ ਖਲਕਤ ਦਾ ਭਲਾ ਕਰ ਰਹੇ ਹੋ, ਰਿਆਇਆ ਦਾ ਭਲਾ ਕਰ ਰਹੇ ਹੋ ਤੇ ਮੇਰੇ ਕੋਲੋਂ ਇੱਕ ਨਗਰ ਅੰਗੀਕਾਰ ਕਰੋ ਜਿਸ ਦੁਆਰਾ ਆਪ ਹੋਰ ਵੀ ਅਧਿਕ ਪਰਉਪਕਾਰਤਾ ਦੇ ਨਾਲ ਦੇਗ ਲੰਗਰ ਵਰਤਾ ਤਥਾ ਚਲਾ ਸਕੋ। ਅੰਗੀਕਾਰ ਭੇਟ ਕੋ ਕਰਹੁ। ਇਹ ਤੁਛ ਜਿਹੀ ਭੇਟਾ ਆਪ ਜੀ ਅੰਗੀਕਾਰ ਕਰ ਲਓ। ਹਿਰਦੇ ਮਨੋਰਥ ਹਮਰੇ ਪੁਰਹੁ। ਤੇ ਸਾਡੇ ਹਿਰਦੇ ਦਾ ਇਹ ਮਨੋਰਥ ਸੰਕਲਪ ਪੂਰਨ ਕਰ ਦਿਓ। ਇਹ ਭੇਟਾ ਅੰਗੀਕਾਰ ਕਰਕੇ ਮੇਰਾ ਸੰਕਲਪ ਪੂਰਾ ਕਰ ਦਿਓ। ਫਤਿਹ ਸ਼ਾਹ ਤੇ ਸੋਨ ਕਰ ਬਾਣੀ। ਫਤਿਹ ਸ਼ਾਹ ਰਾਜੇ ਦੇ ਕੋਲੋਂ, ਗੜ੍ਹਵਾਲੀਏ ਰਾਜੇ ਕੋਲੋਂ ਇਹ ਬਚਨ ਸੁਣੇ। ਮੁਖ ਮੁਸਕਾਵਤ ਪ੍ਰਭੂ ਬਖਾਨੀ। ਮੁਖੋਂ ਮੁਸਕਰਾਉਂਦਿਆਂ ਹੋਇਆਂ ਧੰਨ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਗੋਰ ਘਰ ਕੀ ਤੁਮ ਸ਼ਰਣੀ ਆਵਹੁ। ਛੇ ਗੜ੍ਹਵਾਲੀਏ ਨਰੇਸ਼ ਫਤਿਹ ਸ਼ਾਹ, ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਘਰ ਦੀ ਸ਼ਰਨ ਦੇ ਵਿੱਚ ਤੁਸੀਂ ਆਉਣਾ ਕਰੋ।
ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਰਨ ਵਿੱਚ ਤੁਸੀਂ ਆਏ ਹੋ ਤਥਾ ਆਉਣਾ ਕਰੋ। ਯਹੋ ਅਕਾਲ ਪੁਰਖ ਤੇ ਪਾਵਹੁ, ਤੇ ਅਕਾਲ ਪੁਰਖ ਪਰਮੇਸ਼ਰ ਦੇ ਕੋਲੋਂ ਜੋ ਚਾਹੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਹੋਏ ਨਾ ਕਮੀ ਦੇਗ ਸਤਿਗੁਰ ਕੀ, ਇਹ ਸਤਿਗੁਰਾਂ ਦੀ ਦੇਗ ਲੰਗਰ ਵਿੱਚ ਕੋਈ ਕਮੀ ਨਹੀਂ ਹੈ। ਸਤਿਗੁਰਾਂ ਨੇ ਕਿਹਾ ਕਿ ਇਹ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਗੁਰੂ ਨਾਨਕ ਦੇਵ ਜੀ ਦਾ ਦਰਬਾਰ ਹੈ। ਇਥੋਂ ਤੁਹਾਡੀ ਕੋਈ ਇੱਛਾ ਹੋਵੇ ਤੇ ਜ਼ਾਹਰ ਕਰੋ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਵਿੱਚੋਂ ਤੁਹਾਡੀ ਇੱਛਾ ਕਾਮਨਾ ਪੂਰਨ ਹੋਵੇਗੀ। ਤੇ ਇੱਥੇ ਦੇਗ ਲੰਗਰ ਦੀ ਕੋਈ ਤਰੁਟੀ ਨਹੀਂ ਹੈ, ਕਿਸੇ ਪ੍ਰਕਾਰ ਦਾ ਕੋਈ ਘਾਟਾ ਨਹੀਂ ਹੈ। ਪੁਰਹਿ ਕਾਮਨਾ ਦਾਸਨ ਔਰ ਕੀ, ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਰਨ ਵਿੱਚ ਜਿਹੜਾ ਚੱਲ ਕੇ ਆਉਂਦਾ ਹੈ, ਸਤਿਗੁਰੂ ਜੀ ਆਪਣੇ ਦਾਸ ਜਾਣ ਸ਼ਰਨ ਆਉਣ ਵਾਲਿਆਂ ਦੀਆਂ ਕਾਮਨਾਵਾਂ ਪੂਰਨ ਕਰਦੇ ਆ, ਇੱਛਾਵਾਂ ਪੂਰਨ ਕਰਦੇ ਆ। ਗੁਰ ਕੀ ਦੇਗ ਰੋ ਤੇਗ ਸਵਾਈ, हे ਰਾਜਨ ਸਤਿਗੁਰਾਂ ਦੀ ਦੇਗ ਵੀ ਤੇ ਗੁਰਾਂ ਦੀ ਤੇਗ ਵੀ। ਸਤਿਗੁਰਾਂ ਦੀ ਦੇਗ ਨਾਮ ਲੰਗਰ ਪ੍ਰਸ਼ਾਦਾ ਤੇ ਤੇਗ ਨਾਮ ਧਰਮ ਯੁੱਧ ਮੋਰਚੇ ਵਾਸਤੇ ਚੁੱਕੀ ਹੋਈ ਤੇਗ ਤਲਵਾਰ। ਸੋ ਇਹ ਦੋਨੋਂ ਹੀ ਦਿਨ ਪ੍ਰਾਤ ਵਧ ਹੈ ਸਰਬ ਲੱਗ ਜਾਈ, ਪ੍ਰਤੀ ਦਿਨ ਸਵਾਈ ਤੋਂ ਸਵਾਈ ਵੱਧ ਤੋਂ ਵੱਧ ਵਧੇਗੀ ਤੇ ਇਹ ਬਹੁਤ ਦੂਰ ਭਾਵ ਸਾਗਰ ਦੇ ਅੰਤ ਤੱਕ ਅਥਵਾ ਤਿੰਨਾਂ ਲੋਕਾਂ ਤੱਕ ਜਾਵੇਗੀ। ਗੁਰਾਂ ਦੀ ਦੇਗ ਵੀ ਤੇ ਗੁਰਾਂ ਦੀ ਤੇਗ ਵੀ। ਦੇਗ ਲੰਗਰ ਪ੍ਰਸ਼ਾਦਾ ਵੀ ਗੁਰਾਂ ਦਾ ਦੇਸ਼ ਵਿਦੇਸ਼ ਤਥਾ ਤਿੰਨਾਂ ਲੋਕਾਂ ਦੇ ਵਿੱਚ ਵਰਤੇਗਾ। ਤੇ ਜਿੱਥੇ ਗੁਰਾਂ ਦੀ ਦੇਗ ਲੰਗਰ ਖੁੱਲੀ ਵਰਤੇਗੀ ਉੱਥੇ ਗੁਰਾਂ ਦੀ ਤੇਗ ਜੋ ਕਿ ਧਰਮ ਯੁੱਧ ਮੋਰਚੇ ਵਾਸਤੇ ਗਊ ਗਰੀਬ ਦੀ ਰੱਖਿਆ ਵਾਸਤੇ ਹਮੇਸ਼ਾ ਉੱਠੀ ਹੈ, ਉੱਠਦੀ ਰਹੇਗੀ ਤੇ ਸਾਗਰ ਤੱਕ ਭਾਵ ਸਮੂਹ ਅਵਨੀ ਤਲ ਤਥਾ ਤਿੰਨਾਂ ਲੋਕਾਂ ਦੇ ਵਿੱਚ ਉੱਠਦੀ ਰਹੇਗੀ। ਗੁਰ ਸਿੱਖੀ ਜੇ ਤੁਮ ਕੋ ਭਾਵੈ, ਸੋ ਰਾਜਨ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸਿੱਖੀ ਜੇ ਤੇਰੇ ਮਨ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ, ਕਹਿ ਸ਼੍ਰੀ ਅਸ ਤੁਜ ਤੇ ਬਖਸ਼ਾਵੈ, ਤੇ ਅਸੀਂ ਅਸ ਤੁਜ ਪਰਮੇਸ਼ਰ ਅਕਾਲ ਪੁਰਖ ਨੂੰ ਕਹਿ ਕੇ ਤੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰਵਾ ਦਈਏ। ਜੇ ਗੁਰਸਿੱਖੀ ਮਨ ਨੂੰ ਭਾਈ ਹੈ ਤੇ ਗੁਰਸਿੱਖੀ ਦੀ ਦਾਤ ਵਾਹਿਗੁਰੂ ਕੋਲੋਂ ਤੈਨੂੰ ਦਵਾ ਦਈਏ। ਹੁਣ ਮੁਸਕਾਵਤ ਬਾਕ ਪ੍ਰਕਾਸ਼ੇ, ਸੁਣ ਕੇ ਤੇ ਮੁਸਕਰਾਉਂਦਿਆਂ ਹੋਇਆ ਫਤਿਹ ਸ਼ਾਹ ਕਹਿਣ ਲੱਗਾ, ਹਮ ਹੈ ਸਦਾ ਆਪ ਕੇ ਦਾਸੇ। ਸਤਿਗੁਰੂ ਜੀ ਅਸੀਂ ਸਦਾ ਹਮੇਸ਼ਾ ਆਪ ਜੀ ਦੇ ਦਾਸ ਹਾਂ, ਆਪ ਜੀ ਦੇ ਸੇਵਕ ਹਾਂ। ਹਮਾਰੇ ਭਾਗਨ ਤੇ ਇਤ ਆਏ, ਸੋ ਸਾਡੇ ਵੱਡੇ ਭਾਗ ਜਾਗੇ ਤਾਂ ਕਿ ਸਾਨੂੰ ਦਰਸ਼ਨ ਦੇਣ ਵਾਸਤੇ ਆਪ ਇੱਧਰ ਆਏ ਹੋ। ਜਿਸ ਕਰ ਇਸ ਪ੍ਰਕਾਰ ਦਰਸਾਏ, ਜਿਸ ਕਰਕੇ ਤੁਹਾਡੇ ਇਸ ਤਰ੍ਹਾਂ ਸਾਨੂੰ ਮੁਬਾਰਕ ਦਰਸ਼ਨ ਪ੍ਰਾਪਤ ਹੋਏ ਹੈ ਤੇ ਹੋ ਰਹੇ ਹੈ। ਇੱਧਰ ਨਾਹਣ ਵੱਲ ਨੂੰ ਆਏ ਹੋ ਤੁਸੀਂ, ਪੌਂਟਾ ਸਾਹਿਬ ਨਗਰ ਵਸਾਇਆ। ਅਸੀਂ ਆਪਣੇ ਵੱਡੇ ਭਾਗ ਲਖਦੇ ਹਾਂ, ਸਾਡੇ ਵੱਡੇ ਭਾਗ ਜਾ ਕੇ ਤਾਂ ਤੁਸੀਂ ਆਏ ਹੋ। ਤਬ ਸਤਿਗੁਰ ਦੇ ਕਰ ਸਿਰੋ ਪਾਉ, ਤਦੋਂ ਸਤਿਗੁਰਾਂ ਨੇ ਸਿਰੋ ਪਾਉ ਦੀ ਦਾਤ ਜਿਹੜੀ ਹੈ ਉਹ ਦੋਨਾਂ ਹੀ ਰਾਜਿਆਂ ਨੂੰ ਦਿੱਤੀ ਹੈ। ਜਦਿ ਮੇਦਨੀ ਪ੍ਰਕਾਸ਼ ਰਾਜਾ ਜਿਹੜਾ ਹੈ ਇਹ ਤੇ ਗੁਰਾਂ ਦਾ ਸਿੱਖ ਬਣ ਚੁੱਕਾ ਹੋਇਆ ਹੈ। ਫਤਿਹ ਸ਼ਾਹ ਰਾਜਾ ਜਿਹੜਾ ਹੈ ਭਾਵੇਂ ਗੁਰੂ ਚਰਨਾਂ ਪ੍ਰਤੀ ਆ ਕੇ ਨਤਮਸਤਕ ਹੋ ਚੁੱਕਾ ਹੈ, ਗੁਰਾਂ ਦੇ ਅੱਗੋਂ ਆ ਕੇ ਝੁਕ ਗਿਆ ਹੈ, ਤਦਪੀ ਗੁਰਾਂ ਦੀ ਸਿੱਖੀ ਹਲੇ ਮਨ ਨੂੰ ਭਾਈ ਨਹੀਂ ਹੈ ਫਤਿਹ ਸ਼ਾਹ ਦੇ ਮਨ ਨੂੰ।
ਸੋ ਸਤਿਗੁਰਾਂ ਪੁੱਛਿਆ ਜੇ ਇੱਛਾ ਹੋਵੇ ਤੇ ਵਾਹਿਗੁਰੂ ਕੋਲੋਂ ਬਖਸ਼ਿਸ਼ ਕਰਵਾ ਦਈਏ। ਅੱਗੋਂ ਮੁਸਕਰਾਉਂਦਿਆਂ ਕਹਿਣ ਲੱਗਾ ਜੀ ਤੁਹਾਡੇ ਦਾਸਾਂ ਦੇ ਦਾਸ ਹਾਂ ਅਸੀਂ ਤਾਂ ਪ੍ਰਥਮ ਹੀ ਪਹਿਲੋਂ ਹੀ। ਸੋ ਸਤਿਗੁਰੂ ਜੀ ਵੀ ਇਸ ਪਾਸੇ ਤੋਂ ਗੁਪਤ ਹੋ ਗਏ। ਫਿਰ ਸਿਰੋਂ ਪਾਓ ਗੁਰੂ ਘਰ ਵੱਲੋਂ ਜਿਹੜੀ ਦਾਤ ਹੈ ਉਹ ਦਿੱਤੀ ਹੈ। ਦੋਨਾਂ ਕੋ ਤਬ ਕੀਨ ਬਿਦਾਊ, ਦੋਨਾਂ ਰਾਜਿਆਂ ਨੂੰ ਹੀ ਸਿਰੋਂ ਪਾਓ ਦੇ ਕੇ ਤੇ ਗੁਰਾਂ ਵਿਦਾ ਕੀਤਾ। ਹੱਥ ਬੰਦ ਬਹੁ ਬੰਧਨ ਕਰਕੇ, ਦੋਨੋਂ ਹੱਥ ਜੋੜ ਗੁਰੂ ਜੀ ਦੇ ਚਰਨਾਂ ਕਮਲਾਂ ਤੇ ਬੰਦਨਾ ਕਰਕੇ ਨਮਸਕਾਰ ਕਰਕੇ। ਗਮਨੇ ਗਾਜ ਬਾਜਨ ਪਰ ਚਰ ਕੇ, ਗਜ ਹਾਥੀਆਂ ਤੇ ਫੌਜ ਬਾਜਨ ਘੋੜਿਆਂ ਤੇ ਅਸਵਾਰ ਹੋ ਪਈ ਤੇ ਚੱਲ ਪਏ ਦੋਨੋਂ ਹੀ ਰਾਜੇ। ਬੈਰ ਵਿਸਾਰ ਸੰਧ ਕਰ ਦੋਏ, ਗੁਰੂ ਕਿਰਪਾ ਦੇ ਨਾਲ ਵੈਰ ਮਨ ਵਿੱਚੋਂ ਵਿਸਾਰ ਦਿੱਤਾ ਹੋਇਆ ਤੇ ਦੋਨਾਂ ਦੀ ਸੰਧੀ ਹੋ ਗਈ। ਦੋਨਾਂ ਦੀ ਆਪਸੀ ਮਿੱਤਰਤਾ ਹੋ ਗਈ ਹੈ, ਮਿਲਾਪ ਹੋ ਗਿਆ ਹੈ। ਨਿਜ ਨਿਜ ਰਾਜਧਾਨੀ ਗੇ ਸੋਏ, ਆਪੋ ਆਪਣੀ ਰਾਜਧਾਨੀ ਵੱਲ ਨੂੰ ਚਲੇ ਗਏ। ਗੜਵਾਲੀਆ ਨਰੇਸ਼ ਸ੍ਰੀਨਗਰ ਨੂੰ ਚਲਿਆ ਗਿਆ। ਸਾਰਮੌਰੀਆ ਰਾਜਾ ਨਾਨ ਵੱਲ ਨੂੰ ਚਲਿਆ ਗਿਆ। ਬੁੱਧੂ ਸ਼ਾਹ ਬਹੁਤ ਦਿਨ ਰਹਿਓ, ਤੇ ਸਾਧ ਸੰਗਤ ਭਾਈ ਪੀਰ ਬੁੱਧੂ ਸ਼ਾਹ ਜਿਹਦਾ ਪਿੱਛੇ ਪ੍ਰਸੰਗ ਸੁਣ ਚੁੱਕੇ ਹੋ ਨਾ ਕਿ ਸਢੌਰੇ ਤੋਂ ਆਇਆ। ਗੁਰੂ ਉਪਮਾ ਸੁਣ ਕੇ ਆਪਣੇ ਨਾਲ ਕੁਝ ਮਰੀਦ ਲੈ ਕੇ ਸੇਵਕ ਲੈ ਕੇ ਗੁਰਾਂ ਕੋਲ ਪਹੁੰਚਿਆ ਤੇ ਉਦੋਂ ਤੋਂ ਗੁਰਾਂ ਦੀ ਹਜ਼ੂਰੀ ਵਿੱਚ ਹੀ ਰਹਿ ਰਿਹਾ ਸੀ ਪਾਉਂਟਾ ਸਾਹਿਬ। ਸੋ ਕੁਝ ਸਮਾਂ ਗੁਰਾਂ ਦੀ ਹਜ਼ੂਰੀ ਵਿੱਚ ਰਿਹਾ ਹੈ, ਫਿਰ ਵਿਦਾ ਹੋਣ ਦੀ ਇੱਛਾ ਹੋਈ। ਮਾਗ ਖੁਦਾਏ ਕੋ ਗੁਰ ਤੇ ਲਹਿਓ, ਜਿਸ ਪੀਰ ਬੁੱਧੂ ਸ਼ਾਹ ਨੇ ਸਤਿਗੁਰਾਂ ਦੇ ਕੋਲੋਂ ਖੁਦਾ ਦਾ ਮਗ, ਖੁਦਾ ਦਾ ਰਸਤਾ ਜਿਹੜਾ ਉਹ ਲਿਆ ਕਹੀਏ ਪ੍ਰਾਪਤ ਕੀਤਾ। ਬ੍ਰਿੰਦ ਮੁਰੀਦ ਸਹਿਤ ਨਿਤ ਦਰਸੈ, ਰੋਜ਼ ਆਪਣੇ ਸਮੂਹ ਮਰੀਦਾਂ ਸੰਯੁਕਤ ਆਪਣੇ ਚੇਲਿਆਂ ਸਹਿਤ ਗੁਰਾਂ ਦੇ ਆ ਕੇ ਦੀਦਾਰ ਕਰਦਾ, ਦਰਸ਼ਨ ਕਰਦਾ ਹੈ। ਕਰਤੇ ਚਰਨ ਕਮਲ ਕੋ ਪਰਸੈ, ਤੇ ਆਪਣੇ ਕਰ ਹੱਥਾਂ ਦੇ ਨਾਲ ਗੁਰਾਂ ਦੇ ਪਾਵਨ ਸ਼੍ਰੀ ਚਰਨਾਂ ਕਮਲਾਂ ਨੂੰ ਪਰਸਦਾ ਹੈ। ਕਰੇ ਪ੍ਰੇਮ ਨਿਸ ਬਾਸੁਰ ਧਿਆਵੈ, ਮਨ ਵਿੱਚ ਪ੍ਰੇਮ ਧਾਰਨ ਕਰਕੇ ਨਿਸ ਬਾਸੁਰ ਦਿਨ ਰਾਤ ਸਤਿਗੁਰਾਂ ਨੂੰ ਧਿਆਉਂਦਾ ਹੈ, ਗੁਰਾਂ ਨੂੰ ਸਿਮਰਦਾ ਹੈ। ਗੁਰ ਮੂਰਤ ਉਰ ਬਿਖੈ ਟਿਕਾਵੈ, ਤੇ ਗੁਰਾਂ ਦੀ ਮਨੋਰੀ ਮੂਰਤ ਆਪਣੇ ਔਰ ਹਿਰਦੇ ਵਿੱਚ ਟਿਕਾਉਂਦਾ, ਇਸ ਸਥਿਤ ਕਰਦਾ ਪੀਰ ਬੁੱਧੂ ਸ਼ਾਹ। ਇਸ ਪਰ ਸ਼੍ਰੀ ਪ੍ਰਭ ਕਰਨਾ ਧਰੈ, ਸਤਿਗੁਰੂ ਜੀ ਪੀਰ ਦੀ ਸ਼ਰਧਾ, ਪੀਰ ਦੀ ਭਾਵਨਾ, ਪੀਰ ਦੇ ਮਨ ਦੇ ਵਿੱਚ ਗੁਰਚਰਨਾਂ ਕਮਲਾਂ ਪ੍ਰਤੀ ਪ੍ਰੇਮ ਵੇਖ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੁੰਦੇ ਤੇ ਕਿਰਪਾ ਕਰਦੇ। ਮਾਗ ਖੁਦਾਏ ਉਪਦੇਸ਼ਨ ਕਰੈ, ਖੁਦਾ ਦਾ ਮਗ ਰਸਤਾ ਜਿਹੜਾ ਉਹਦਾ ਉਪਦੇਸ਼ ਦਿੰਦੇ ਐ। ਕਹਿ ਦੇਹ ਦੇਗ ਤੇ ਅਸਨਾ, ਤੇ ਕਹਿ ਕੇ ਸਤਿਗੁਰੂ ਜੀ ਲੰਗਰ ਦੇ ਵਿੱਚੋਂ ਭੋਜਨ ਪ੍ਰਸ਼ਾਦਾ ਪੀਰ ਤੇ ਉਹਨਾਂ ਦੇ ਚੇਲਿਆਂ ਦਾ ਭੇਜਦੇ ਐ। ਨਿਕਟ ਬਿਠਾਏ ਬਾਕ ਮ੍ਰਿਦ ਰਸਨਾ, ਕੋਲ ਬਿਠਾ ਕੇ ਰਸਨਾ ਤੋਂ ਬੜੇ ਮ੍ਰਿਦ, ਬੜੇ ਕੋਮਲ ਤੇ ਮਿੱਠੇ ਬਚਨ ਸਤਿਗੁਰੂ ਜੀ ਕਰਦੇ। ਮਹਿਮਾ ਲਖੀ ਮਹਾ ਮਹੀਆਨਾ, ਪੀਰ ਬੁੱਧੂ ਸ਼ਾਹ ਨੇ ਗੁਰਾਂ ਦੀ ਮਹੀਆਨਾ ਵੱਡਿਆਂ ਤੋਂ ਵੱਡੀ ਮਹਿਮਾ ਲਖ ਲਈ, ਜਾਣ ਲਈ ਕਿ ਸਤਿਗੁਰੂ ਜੀ ਵੱਡਿਆਂ ਤੋਂ ਵੱਡੇ ਤਥਾ ਸਭ ਤੋਂ ਵੱਡੇ ਐ। ਸਕਲ ਕੋ ਬੰਧਨ ਕੀਨ ਸਹਾਨਾ, ਜਿਨ੍ਹਾਂ ਨੇ ਆਪਣੇ ਸੇਵਕਾਂ, ਆਪਣੇ ਸ਼ਰਨ ਆਉਣ ਵਾਲੇ ਦਾਸ, ਆਪਣੇ ਸਿੱਖਾਂ ਦੇ ਸਾਰੇ ਕੋ ਬੰਧਨ ਜਿਹੜੇ ਖੋਟੇ ਬੰਧਨ ਸਨ, ਕਰਤਾ ਭੋਗਤਾ ਪੁਣੇ
ਤਥਾ ਜੰਮਣ ਮਰਨ ਦੇ। ਉਹ ਸਾਰੇ ਨਹਾਨ ਕਰ ਦਿੱਤੇ, ਕੱਟ ਦਿੱਤੇ, ਨਾਸ ਕਰ ਦਿੱਤੇ। ਅਯੋ ਨਿਹਾਲ ਪ੍ਰੇਮ ਉਪਜਾਇਓ। ਗੁਰ ਚਰਨਾ ਕਵਲਾਂ ਦਾ ਪ੍ਰੇਮ ਹਿਰਦੇ ਅੰਦਰ ਉਤਪੰਨ ਕਰਕੇ ਪੀਰ ਨਦਰੋ ਨਦਰੀ ਨਿਹਾਲ ਹੋਇਆ। ਬਸਿਓ ਨਿਕਟ ਕੁਛ ਸਮਾਂ ਬਿਤਾਇਓ। ਕੁਛ ਕਾਲ ਗੁਰੂ ਹਜ਼ੂਰੀ ਵਿੱਚ ਰਹਿ ਕੇ ਤੇ ਸਮਾਂ ਗੁਜ਼ਾਰਿਆ। ਪੁਨ ਸਤਿਗੁਰ ਕੋ ਬੰਧਨ ਕੀਨ। ਉਪਰੰਤ ਸਤਿਗੁਰਾਂ ਦੇ ਚਰਨਾਂ ਤੇ ਬੰਧਨਾ ਕੀਤੀ। ਚਲਨ ਸਦਨ ਕੋ ਬਾਚ ਕਹਿ ਦੀਨ। ਘਰ ਨੂੰ ਵਾਪਸ ਜਾਣ ਵਾਸਤੇ ਬੇਨਤੀ ਕੀਤੀ ਬਚਨਾਂ ਵਿੱਚ ਪਾ ਕੇ, ਅਥਵਾ ਬਚਨ ਬੇਨਤੀ ਵਿੱਚ ਪਾ ਕੇ ਸਤਿਗੁਰਾਂ ਦੇ ਅੱਗੋਂ ਪ੍ਰਾਰਥਨਾ ਕੀਤੀ, ਗੁਰਦੇਵ ਹੁਣ ਵਿਦਾ ਦਿਓ। ਤੇਰੇ ਪਾਓ ਤਾਬ ਪ੍ਰਭੂ ਦਿਵਾਇਓ। ਪ੍ਰਭੂ ਧੰਨ ਕਲਗੀਧਰ ਪਾਤਸ਼ਾਹ ਸਤਿਗੁਰਾਂ ਨੇ ਤਦੋਂ ਗੁਰੂ ਘਰ ਵੱਲੋਂ ਸਿਰੋਂ ਪਾਓ ਦੀ ਦਾਤ ਦਿਵਾਈ ਹੈ। ਭਾਗ ਸ਼ੁਭਾਏ ਲੈ ਸੀਸ ਚੜਾਇਓ। ਗੁਰਾਂ ਦੇ ਚਰਨਾਂ ਨਾਲ ਛੁਹਾ ਕੇ ਪੀਰ ਜੀ ਨੇ ਇਹ ਸਿਰੋਂ ਪਾਓ ਆਪਣੇ ਸੀਸ ਚੜਾ ਲਿਆ ਹੈ, ਆਪਣੇ ਸਿਰ ਤੇ ਸਜਾ ਲਿਆ ਹੈ। ਕੇਤਕ ਦਿਨ ਮਹਿ ਪੌਨ ਢਿਗ ਆਵੋ। ਬੇਨਤੀ ਕਰਦਾ ਗੁਰਦੇਵ, ਕਿਤਨੇ ਦਿਨਾਂ ਮਗਰੋਂ ਮੈਂ ਪੁਨਰ ਆਪ ਜੀ ਦੇ ਦਰਸ਼ਨਾਂ ਨੂੰ ਆਵਾਂਗਾ। ਕਰ ਦਰਸ਼ਨ ਕੋ ਤਨ ਸੁਖਲਾਵੋ। ਆਪ ਜੀ ਦੇ ਮੁਬਾਰਕ ਦਰਸ਼ਨ ਕਰਕੇ ਆਪਣੇ ਤਨ ਨੂੰ ਸਫਲਿਆਂ ਕਰਾਂਗਾ। ਸਦਾ ਹਿਰਦੇ ਮਹਿ ਵਾਸਾ ਕਰੀਐ ਹੈ। ਆਪ ਜੀ ਕਿਰਪਾ ਕਰਿਓ ਤੇ ਸਦਾ ਹੀ ਆਪ ਦਾਸ ਦੇ ਹਿਰਦੇ ਵਿੱਚ ਵਾਸ ਕਰ ਲਓ। ਸਦਾ ਹੀ ਆਪ ਹਿਰਦੇ ਵਿੱਚ ਵਸ ਜਾਓ। ਹਿਰਦੇ ਚੋਂ ਆਪ ਜੀ ਦਾ ਚਿੰਤਨ ਕਦੇ ਭੁੱਲੇ ਨਾ, ਵਿਸਰੇ ਨਾ, ਐਸੀ ਕਿਰਪਾ ਕਰ ਦਿਓ। ਨਿਜ ਦਾਸਨ ਕੋ ਦਾਸ ਵਿਚਰਿਐ ਹੈ। ਮੈਨੂੰ ਆਪਣੇ ਦਾਸਾਂ ਦਾ ਵੀ ਦਾਸ ਵਿਚਾਰੋ। ਗੁਰਦੇਵ ਮੈਂ ਤੁਹਾਡੇ ਦਾਸਾਂ ਸਿੱਖਾਂ ਦਾ ਵੀ ਦਾਸ ਹਾਂ, ਸੇਵਕ ਹਾਂ। ਆਪਣੋ ਜਾਨ ਵਿਸਾਰਹੁ ਨਾਹੀ। ਇਹ ਆਪਣਾ ਜਾਣ ਕੇ ਹਿਰਦੇ ਵਿੱਚੋਂ ਭੁਲਾਇਓ ਨਾ। ਆਪਣਾ ਜਾਣਿਓ ਹੈ ਗੁਰਦੇਵ, ਆਪਣਾ ਜਾਣ ਕੇ ਕਦੇ ਵੀ ਦਾਸ ਨੂੰ ਭੁਲਾਇਓ ਨਾ। ਚਾਹੋਂ ਬਾਸ ਰਾਵਰ ਪਗ ਮਾਹੀ। ਆਪ ਜੀ ਦੇ ਪਾਵਨ ਪਗ ਚਰਨਾਂ ਵਿੱਚ ਹੀ ਵਾਸ ਕਰਨਾ ਚਾਹੁੰਦਾ। ਆਪ ਜੀ ਦੇ ਚਰਨਾਂ ਦਾ ਨਿਵਾਸ ਹੀ ਮੈਨੂੰ ਬਖਸ਼ੋ। ਏਮ ਬਹੁ ਬਿਨਤੀ ਕਰ ਘਰ ਚਾਲਾ। ਇਸ ਤਰ੍ਹਾਂ ਬਹੁਤ ਵਾਰ ਬੇਨਤੀਆਂ ਕਰਕੇ ਸਤਿਗੁਰਾਂ ਦੇ ਕੋਲੋਂ ਵਿਦਾ ਲੈ ਕੇ ਤੇ ਪੌਂਟਾ ਸਾਹਿਬ ਤੋਂ ਆਪਣੇ ਘਰ ਵੱਲ ਨੂੰ ਚੱਲ ਪਿਆ ਹੈ। ਸੰਗ ਮੁਰੀਦ ਲੀਨ ਨਿਜ ਜਾਲਾ। ਆਪਣੇ ਨਾਲ ਆਪਣੇ ਸਾਰੇ ਮੁਰੀਦ, ਆਪਣੇ ਚੇਲੇ ਵੀ ਨਾਲ ਲਏ ਐ। ਸ਼ਹਿਰ ਸਢੌਰੇ ਕੋ ਚੱਲ ਗਇਓ। ਤੇ ਕਰਮਦਰ ਚਲਦਿਆਂ ਹੋਇਆਂ ਸਢੌਰੇ ਨਗਰ ਦੇ ਵਿੱਚ ਜਾ ਪਹੁੰਚਾ ਹੈ। ਪੀਰ ਬੁੱਧੂ ਸ਼ਾਹ ਆਪਣੇ ਸਾਰੇ ਸੰਗੀਆਂ ਸਾਥੀਆਂ ਸੰਯੁਗਤ ਸਢੌਰੇ ਨਗਰ ਜਾ ਪਹੁੰਚਾ। ਜਹ ਕਹਿ ਸੁਜਸ ਉਚਾਰਤ ਭਇਓ। ਤੇ ਜਿੱਥੇ ਕਿਥੇ ਜਾ ਕੇ ਪੀਰ ਬੁੱਧੂ ਸ਼ਾਹ ਤੇ ਉਹਦੇ ਮੁਰੀਦ ਗੁਰੂ ਦਾ ਜਸ ਗਾਉਂਦੇ ਐ, ਗੁਰੂ ਦੀ ਉਪਮਾ ਕਰਦੇ ਐ, ਗੁਰੂ ਦੀ ਸਲਾਹਤਾ ਕਰਦੇ ਐ। ਪ੍ਰਭੂ ਪਾਵਟੇ ਵਿਖੈ ਬਿਰਾਜੇ। ਪ੍ਰਭੂ ਧੰਨ ਕਲਗੀਧਰ ਪਾਤਸ਼ਾਹ ਪੌਂਟਾ ਸਾਹਿਬ ਇਸ ਸਥਿਤ ਹਨ। ਪੌਂਟਾ ਸਾਹਿਬ ਸੁਸ਼ੋਭਿਤ ਹਨ। ਜਿਨ ਦਰਸ਼ਨ ਤੇ ਕਲਮਲ ਭਾਜੇ। ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਦੇ ਨਾਲ ਸਾਰੇ ਕਲਮਲ ਕਹੀਏ ਜਿਹੜੇ ਪਾਪ ਹੈ ਉਹ ਭੱਜ ਜਾਂਦੇ ਐ, ਨਾਸ ਹੋ ਜਾਂਦੇ ਐ। ਚੱਲੀ ਹਜ਼ਾਰਾਂ ਸੰਗਤ ਆਵੇ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਚਲੀਆਂ ਆਉਂਦੀਆਂ। ਅਨਕ ਪਦਾਰਥ ਆਨ ਚੜਾਵੇ। ਅਨੇਕ ਤਰ੍ਹਾਂ ਦੇ ਪਦਾਰਥ ਸੰਗਤਾਂ ਗੁਰੂ ਚਰਨਾਂ ਵਿੱਚ ਚੜਾਉਂਦੀਆਂ ਹਨ। ਕੋਈ ਗੁਰਾਂ ਦੇ ਅੱਗੋਂ ਲਿਆ ਕੇ ਸ਼ਸਤਰ ਭੇਟਾ ਕਰਦਾ ਹੈ,
ਕੋਈ ਘੋੜੇ ਹਾਜ਼ਰ ਕਰਦਾ, ਕੋਈ ਲੰਗਰ ਦੀਆਂ ਰਸਤਾਂ ਬਸਤਾਂ ਲਿਆ ਕੇ ਆਟਾ ਖੰਡ ਘਿਓ ਆਦਿ ਸਮੱਗਰੀਆਂ ਹਾਜ਼ਰ ਕਰਦਾ। ਇਸੇ ਪ੍ਰਕਾਰ ਕੋਈ ਹੋਰ ਵੱਖ ਵੱਖ ਤਰ੍ਹਾਂ ਦੇ ਸੋਹਣੇ ਬਸਤਰ ਗੁਰਾਂ ਦੇ ਚਰਨਾਂ ਵਿੱਚ ਅਰਪਣ ਕਰਦਾ। ਸੋ ਜਥਾ ਜਥਾ ਕਿਸੇ ਦੀ ਸਮਰੱਥਾ ਹੈ, ਆਪੋ ਆਪਣੀ ਸਮਰੱਥਾ ਅਨੁਸਾਰ ਗੁਰਾਂ ਦੇ ਚਰਨਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਅਨੇਕ ਭੇਟਾਵਾਂ ਸੰਗਤਾਂ ਲਿਆ ਕੇ ਅਰਪਣ ਕਰਦੀਆਂ ਤੇ ਗੁਰਾਂ ਦੇ ਮੁਬਾਰਕ ਦਰਸ਼ਨ ਕਰਦੀਆਂ। ਚਾਰੋਂ ਦੇਸ਼ ਤੇ ਦੇਸ਼ ਵਿਦੇਸ਼ੋ, ਫਿਰ ਚਾਰ ਦਿਸ਼ਾਵਾਂ ਦੇ ਵਿੱਚ ਉੱਤਰ ਦੱਖਣ ਪੂਰਬ ਪੱਛਮ ਤੇ ਦੇਸ਼ ਤਥਾ ਵਿਦੇਸ਼ਾਂ ਵਿੱਚੋਂ ਵੀ ਧਰਹਿ ਭਾਉ ਸਿੱਖ ਆਏ ਵਿਸ਼ੇਸ਼ੋ। ਮਨ ਵਿੱਚ ਭਾਉ ਕਹੀਏ ਪ੍ਰੇਮ ਧਾਰਨ ਕਰਕੇ ਬੇਅੰਤ ਸਿੱਖ ਆਉਂਦੇ। ਸ਼ਸਤਰ ਤੁਰੰਗਮ ਬਸਤਰ ਅਜਾਇਬ, ਸੋਹਣੇ ਸ਼ਸਤਰ ਸੋਹਣੇ ਘੋੜੇ ਸੋਹਣੇ ਬਸਤਰ ਜਿਹੜੇ ਅਜਾਇਬ ਬੜੇ ਅਜੀਬ ਅਸਚਰਜਤਾ ਨਾਲ ਭਰੇ ਹੋਏ। ਅਰਪਹਿ ਕਰ ਕਰ ਦਰਸ਼ਨ ਸਾਹਿਬ, ਸਹਿਬ ਧੰਨ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਗੁਰੂ ਚਰਨਾਂ ਵਿੱਚ ਭੇਟਾਵਾਂ ਅਰਪਦੇ, ਗੁਰੂ ਚਰਨਾਂ ਵਿੱਚ ਭੇਟਾਵਾਂ ਰੱਖਦੇ। ਪਾਦੜੀ ਛੰਦ ਇਸ ਭਾਂਤ ਪਾਵਟੇ ਮਹਿ ਬਿਲਾਸ, ਸੋ ਇਸ ਤਰ੍ਹਾਂ ਧੰਨ ਕਲਗੀਧਰ ਪਾਤਸ਼ਾਹ ਜੀ ਪੌਂਟਾ ਸਾਹਿਬ ਦੇ ਵਿੱਚ ਵਿਲਾਸ ਕਹੀਏ ਕੌਤਕ ਕਰ ਰਹੇ ਹੈ। ਦਾਸਨ ਨਿਹਾਲ ਦੇ ਛਤਰ ਤਰਾਸ, ਸ਼ਰਨ ਆਉਣ ਵਾਲੇ ਦਾਸ ਸੇਵਕਾਂ ਨੂੰ ਨਿਹਾਲ ਕਰ ਰਹੇ ਹਨ ਤੇ ਜਿਹੜੇ ਸ਼ਤਰਤਾ ਭਾਵ ਲੈ ਕੇ ਆਉਂਦੇ ਉਹਨਾਂ ਨੂੰ ਤਰਾਸ, ਉਹਨਾਂ ਨੂੰ ਭੈ, ਉਹਨਾਂ ਨੂੰ ਡਰ ਦਿੰਦੇ ਆ। ਰਸ ਬੀਰ ਉਦੈ ਦਿਨ ਪ੍ਰਾਤ ਕਰੰਤ, ਪ੍ਰਤੀ ਦਿਨ ਵੀਰ ਰਸ ਨੂੰ ਉਤਪੰਨ ਕਰਦੇ ਹਨ ਗੁਰਦੇਵ। ਵੀਰ ਰਸ ਆਪਣੇ ਹਿਰਦੇ ਅੰਦਰ ਉਤਪੰਨ ਕਰਦੇ ਅਥਵਾ ਸਿੱਖਾਂ ਦੇ ਵਿੱਚ ਫੌਜ ਵਿੱਚ ਵੀਰ ਰਸ ਭਰਦੇ ਐ। ਭਟ ਆਏ ਰਹਿਨ ਦੇ ਧਨ ਰਖੰਤ, ਜਿਹੜੇ ਵੀ ਭੱਟ ਸੂਰਮੇ ਗੁਰਾਂ ਦੀ ਫੌਜ ਵਿੱਚ ਰਹਿਣ ਵਾਸਤੇ ਆਉਂਦੇ ਉਹਨਾਂ ਨੂੰ ਧਨ ਦੇ ਕੇ, ਉਹਨਾਂ ਨੂੰ ਮਾਇਆ ਦੇ ਕੇ ਤੇ ਆਪਣੀ ਫੌਜ ਵਿੱਚ ਭਰਤੀ ਕਰਦੇ ਗੁਰਦੇਵ। ਅਨਗਿਣਤ ਦਰਬ ਲੈ ਸਰਬ ਆਏ, ਅਨਗਿਣਤ ਹੀ ਧਨ ਲੈ ਕੇ ਤੇ ਸੰਗਤਾਂ ਆਉਂਦੀਆਂ ਗੁਰੂ ਚਰਨਾਂ ਵਿੱਚ ਅਰਪਦੀਆਂ। ਸੰਗਤਾਂ ਵੱਲੋਂ ਆਏ ਧਨ ਨੂੰ ਗੁਰੂ ਘਰ ਦੇ ਜੋ ਪ੍ਰਬੰਧ ਚੱਲ ਰਹੇ ਹਨ ਉਸ ਪ੍ਰਬੰਧ ਵਿੱਚ ਲਾ ਦਿੰਦੇ, ਖਰਚ ਕਰ ਦਿੰਦੇ। ਸੋ ਅਨਗਿਨ ਦਰਬ ਲੈ ਸਰਬ ਆਏ, ਸਾਰੀਆਂ ਸੰਗਤਾਂ ਬੇਅੰਤ ਧਨ ਲੈ ਕੇ ਆਉਂਦੀਆਂ, ਜਿਨ੍ਹਾਂ ਵਿੱਚੋਂ ਇਹ ਰੱਖੇ ਹੋਏ ਸੂਰਮਿਆਂ ਦੀਆਂ ਤਨਖਾਹਾਂ ਵੀ ਲੱਗਦੀਆਂ, ਭਾਵ ਤਨਖਾਹਾਂ ਵੀ ਜਾਂਦੀਆਂ, ਹੋਰ ਦੇਗ ਲੰਗਰ ਦਾ ਖਰਚਾ, ਹੋਰ ਘੋੜੇ ਆਦਿ ਖਰੀਦਣੇ, ਸ਼ਸਤਰ ਖਰੀਦਣੇ। ਇਸ ਤਰ੍ਹਾਂ ਗੁਰੂ ਅਸਚਰਜਤਾ ਭਰੇ ਕੌਤਕ ਕਰ ਰਹੇ ਹੈ। ਮਨ ਚਿਤ ਹੈ ਕਾਮਨਾ ਦਾਸ ਪਾਏ, ਤੇ ਦਾਸ ਸੇਵਕ ਜਿਹੜੇ ਸ਼ਰਨ ਵਿੱਚ ਆਉਂਦੇ ਐ ਉਹ ਮਨ ਚਿੰਦੇ, ਮਨ ਚਾਹੇ ਫਲ ਗੁਰਾਂ ਕੋਲੋਂ ਪ੍ਰਾਪਤ ਕਰਦੇ। ਬਨ ਮਹਿ ਸ਼ਿਕਾਰ ਚੜ ਬਾਰ ਬਾਰ, ਵਾਰ ਭਾਵ ਕਈ ਵਾਰੀ ਸਤਿਗੁਰੂ ਜੀ ਜੰਗਲ ਵਿੱਚ ਸ਼ਿਕਾਰ ਖੇਲਣ ਚੜਦੇ, ਕਈ ਦਫਾ ਤੇ ਰੋਜ਼ ਹੀ ਚਲੇ ਜਾਂਦੇ, ਅਨੇਥਾ ਕੋਈ ਇੱਕ ਅਥਵਾ 2 ਦਿਨ ਛੱਡ ਕੇ ਫਿਰ ਸ਼ਿਕਾਰ ਚਲੇ ਜਾਂਦੇ। ਬਹੁਤ ਸ਼ਿਕਾਰ ਖੇਲਦੇ ਪਾਤਸ਼ਾਹ। ਹੱਥ ਰੋਜ਼ ਕੋਲ ਭਾਲਕ ਚੰਖਾਰ, ਤੇ ਜੰਗਲ ਵਿੱਚੋਂ ਰੋਜ਼ ਨੀਲ ਗਾਈਆਂ, ਕੋਲ ਜਿਹੜੇ ਸੂਰ ਹਨ, ਭਾਲਕ ਜਿਹੜੇ ਰਿੱਛ ਹਨ ਤੇ ਚੰਖਾਰ ਜਿਹੜੇ 12 ਸਿੰਘ ਹਨ। ਇਤਿਆਦ ਜੰਗਲੀ ਜੀਵ ਜਿਹੜੇ ਆ ਉਹਨਾਂ ਦਾ ਸ਼ਿਕਾਰ ਕਰਦੇ ਤੇ ਆਪਣੀ ਫੌਜ ਦੁਆਰਾ ਸ਼ਿਕਾਰ ਕਰਵਾਉਂਦੇ। ਕੀ ਪ੍ਰਯੋਜਨ ਹੈ? ਗੁਰਾਂ ਦਾ ਲਕਸ਼ ਹੈ ਫੌਜ ਇਤਨੀ ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਵੇ ਕਿ ਰਣ ਭੂਮੀ ਦੇ ਵਿੱਚ ਸ਼ਤਰੂ ਘੋੜੇ ਤੇ ਜੇ ਦੜਾ ਕੇ ਵੀ ਘੋੜੇ ਨੂੰ ਆ ਰਿਹਾ ਹੋਵੇ,
इतने लखश साधी सूरमे होण साडे कि घोड़े ते नठे आउंदे शत्रु दा लखश साध के ओदी छाती नूं विन सकण। इस वास्ते शिकार खिलाउंदे आ गुरुदेव, क्योंकि जिसने कदे शिकार ही नहीं खेलिया वो कदे रण भूमि दे विच शत्रु दा विनाश भी नहीं कर सकदा। एक ते मन विच साहस उत्पन्न हुंदा है, शिकार खेल के शत्रुआं दे विरुद्ध मुहिम करन दा उत्साह बनदा है। द्वितीय फिर शिकार खेलन कारण शस्त्र विद्या दा अभ्यास हो जाता है कि ये कितनी दूर तो हिरन आ रहे हैं ते मेरा घोड़ा कित्थे जा रहे हैं, कित्थों मैं तीर चलावांगा ताकि जितने समय तक उत्थे तीर पहुँचेगा दौड़े आउंदा होया हिरन भी उत्थे पहुँच जावेगा ते मेरा तीर लक्ष्य ते वज जावेगा, हिरन दा शिकार कर लवेगा। सो ये जिहड़े अभ्यास है जंगल विच शिकार खेल के ही हुंदे है, ते जे कदे शिकार ही ना खेलन ते किस तरह फिर जंग दे विच शत्रु दा मुकाबला करना। इस वास्ते क्षत्रिय धर्म है कि शिकार खेलन। तो धन कलगीधर पातशाह सतगुरु जी शिकार खेलन चढ़ते है, अपनी फौज द्वारा प्रेर के शिकार खिडाउंदे है। ते फिर जेड़ा गुरु आग्या तथा गुरु आदेश दे नाल बड़े सुचजे ढंग दे नाल शिकार खेलदा है। सुचजे ढंग तो भाव कि नठे जांदे हिरन जां 12 सिंगे आदि नूं अपने नठे जांदे घोड़े दे उपर बैठियां धनख दी प्रत्यंचा दे विच तीर दी बांगर जोड़ के जिहड़े छड्ड के ते लक्ष्य नूं साध लैण भाव शिकार कर लैण। ऐसे महान शिकार खेलन विच प्रांगत सूरमिਆਂ नूं गुरु इनाम भी दिवाउंदे तां कि अन्य सूरमिਆਂ दा उत्साह वधे ते ਉਹ भी इस कवायद विद्या दा अधिक ज़्यादा अभ्यास करन तां कि रण भूमि दे विच जदों शत्रु दे नाल मुकाबला होवे तां उस वेले ये विद्या उत्थे काम आवे जंग दे विच। इस कारण वस सतगुरु जी शिकार खेलदे ते सिखां पासों शिकार खिलाउंदे ते केवल एक विद्या अभ्यास हेतु ही नहीं गुरुदेव उन्हां जीवां दी कल्याण भी करदे है, जिन्हां दा शिकार खेलदे है उन्हां नूं जमन मरण तो मुक्त भी करदे है। बलवान भयानक मार सिंह, फिर बलवान जिहड़े बलशाली भयानक बड़े भयदायक जिहड़े सिंह कहिए शेर आदि वो भी गुरुदेव मार दे। खूंखार शेरां दा शिकार आप खेलदे गुरुदेव। बरनंत सोकाव संतोख सिंह, कवि संतोख सिंह जी ये जिहड़ा इतिहास है ये वर्णन कर रहे हैं, सरवण करा रहे हैं। मानंत आन जे राज सिंह, इहदे राजे भी ते सिंह शेर भी गुरां दी आन ईन नूं मनदे है। बिदते विशाल गोबिंद सिंह, धन गुरु गोबिंद सिंह साहिब पातशाह जी विशाल बहुत अधिक वड्डे विदत हो गए, प्रगट हो गए। दीनान नाथ नाथान नाथ, दीना गरीबां दे जो नाथ स्वामी हैं ते अनाथां यतीमां दे जो नाथ मालक हैं। निज सेवकान करते सनाथ, जो अपने सेवकां नूं सनाथ निहाल कृतार्थ करदे है। मानंत आन सब सिद्ध नाथ, सारे सिद्ध भी नाथ भी 84 सिद्ध 9 नाथ सतगुरां दी आन सतगुरां दी ईन नूं मनदे है। निज बंद हाथ धर चरण माथ, दोनों हाथ जोड़ ऐसे धन कलगियां वाले पातशाह जी दे मुबारक चरणा ते कवि जी कहंदे मैं वंदना करदा हां, मैं नमस्कार करदा हां।
ਇਹ ਏਕ ਰਿਤੂ ਅਬ ਪੂਰਨ ਹੋਏ। ਤੇ ਗੁਰੂ ਚਰਨਾਂ ਤੇ ਨਮਸਕਾਰ ਕਰਦਿਆਂ ਕਵੀ ਜੀ ਕਹਿੰਦੇ ਜਿਹੜੀ ਏਕ ਪਹਿਲੀ ਰੁੱਤ ਹੈ ਇਹ ਸੰਪੂਰਨ ਹੋਈ। ਗੁਰ ਪ੍ਰਤਾਪ ਸੂਰਜ ਗ੍ਰੰਥ ਜਿਹੜਾ ਰਚਿਆ ਹੈ, ਜਿਹਦੀਆਂ 12 ਰਾਸਾਂ ਬਣਾਈਆਂ ਹਨ, ਜੋ ਪ੍ਰਥਮ 8 ਪਾਤਸ਼ਾਹੀਆਂ ਦਾ ਇਤਿਹਾਸ 12 ਰਾਸਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਸੁਣ ਚੁੱਕੇ ਹੋ। ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਸ੍ਰੀ ਨਾਨਕ ਪ੍ਰਕਾਸ਼ ਦੇ ਵਿੱਚ ਪੂਰਬਾਰਧ ਤੇ ਉਤਰਾਰਧ ਦੇ ਰੂਪ ਦੇ ਵਿੱਚ ਕਵੀ ਜੀ ਨੇ 2 ਹਿੱਸਿਆਂ ਵਿੱਚ ਲਿਖਿਆ। ਸੋ ਪਹਿਲੇ ਪਾਤਸ਼ਾਹ ਜੀ ਦਾ ਇਤਿਹਾਸ ਨਾਨਕ ਪ੍ਰਕਾਸ਼ ਵਿੱਚ, ਤੇ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ 8 ਪਾਤਸ਼ਾਹੀਆਂ ਦਾ ਇਤਿਹਾਸ 12 ਰਾਸਾਂ ਵਿੱਚ ਸਰਵਣ ਕਰ ਚੁੱਕੇ ਹੋ। ਤੇ 10ਵੇਂ ਪਾਤਸ਼ਾਹ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਇਤਿਹਾਸ ਜੋ ਇਸ ਗ੍ਰੰਥ ਸੂਰਜ ਪ੍ਰਕਾਸ਼ ਦੀਆਂ 6 ਰੁੱਤਾਂ ਤੇ 2 ਐਨਾਂ ਦੇ ਵਿੱਚ ਸੰਪੂਰਨ ਕੀਤਾ ਹੈ। ਸੋ ਕਵੀ ਜੀ ਕਹਿੰਦੇ ਉਹ ਇਤਿਹਾਸ ਦੇ ਜਿਹੜੇ ਇਹ 6 ਰੁੱਤਾਂ ਤੇ 2 ਐਨਾਂ ਦੇ ਹਿੱਸੇ ਬਣਾਏ ਹਨ, ਉਹਨਾਂ ਵਿੱਚੋਂ ਪਹਿਲੀ ਰੁੱਤ ਵਾਲਾ ਜਿਹੜਾ ਹਿੱਸਾ ਹੈ, ਪਹਿਲਾ ਹਿੱਸਾ ਇਹ ਇੱਥੇ ਸਮਾਪਤ ਹੁੰਦਾ ਹੈ। ਪਹਿਲੀ ਰੁੱਤ ਇੱਥੇ ਸਮਾਪਤ ਹੁੰਦੀ ਹੈ। ਗੁਰ ਜਸ ਵਿਸਾਲ ਬਰ ਬੀਜ ਪੋਏ, ਜਿਹਦੇ ਵਿੱਚ ਗੁਰਾਂ ਦਾ ਵਿਸਾਲ ਵੱਡਾ ਜਸ ਪਰੋਇਆ ਹੋਇਆ। ਗੁਰੂ ਦੀ ਸ੍ਰੇਸ਼ਟ ਉਪਮਾ ਗਾਈ ਹੈ। ਸਿੱਖ ਪਠਤ ਸੁਨਤ ਚਿਤ ਚਾਏ ਪਾਏ, ਜਿਹੜੇ ਸਿੱਖ ਪੜ੍ਹਦੇ ਸੁਣਦੇ ਆ ਚਿੱਤ ਵਿੱਚ ਚਾਹ ਧਾਰਨ ਕਰਕੇ, ਸਭ ਕਰੇ ਇਕਵਾਨ ਇਮਤਿਆਏ, ਉਹ ਮਨੋ ਵਾਂਛਿਤ ਫਲਾਂ ਨੂੰ ਪ੍ਰਾਪਤ ਕਰਦੇ। ਸੋ ਕਵੀ ਜੀ ਕਹਿੰਦੇ ਸਭ ਕਰੇ ਇਕਾਵਨ ਇਮਤਿਆਏ। ਇਸ ਤਰ੍ਹਾਂ ਇਹ 51 ਨਾਮ 51 ਇਹ ਅਧਿਆਏ ਇੱਥੋਂ ਤੱਕ ਸੰਪੂਰਨ ਹੋਏ ਹੈ। ਪਹਿਲੀ ਰੁੱਤ ਦੇ 51 ਅਧਿਆਇ ਦੇ ਵਿੱਚ ਇਹ ਪਹਿਲੀ ਰੁੱਤ ਕਵੀ ਜੀ ਕਹਿੰਦੇ ਇੱਥੇ ਸਮਾਪਤ ਕਰਦੇ ਹਾਂ, ਇੱਥੇ ਇਤੀ ਕਰਦੇ ਹਾਂ। ਸੋ ਸਾਧ ਸੰਗਤ ਪਹਿਲੀ ਰੁੱਤ ਦੀ ਇੱਥੇ ਸਮਾਪਤੀ ਹੈ। ਅੱਗੋਂ ਹੁਣ ਦੂਜੀ ਰੁੱਤ ਦੀ ਪ੍ਰਾਰੰਭਤਾ ਹੋਵੇਗੀ, ਜਿਹਦੇ ਵਿੱਚ ਹੁਣ ਜੰਗਾਂ ਦੇ ਪ੍ਰਸੰਗ ਹੀ ਆਰੰਭ ਹੋਣਗੇ। ਜਿਸ ਤਰ੍ਹਾਂ ਭਵਾਨੀ ਦਾ ਜੰਗ ਹੋਵੇਗਾ, ਮਦਾਨ ਦਾ ਜੰਗ ਹੋਵੇਗਾ, ਕਠਗੜ੍ਹ ਦੇ ਵਿੱਚ ਜਿਸ ਤਰ੍ਹਾਂ ਜੰਗ ਕਰਨਗੇ ਕਲਗੀਆਂ ਵਾਲੇ ਪਾਤਸ਼ਾਹ। ਸੋ ਇਤਿਹਾਦ ਇਹ ਸਾਰੇ ਜਿਹੜੇ ਜੰਗਾਂ ਦੇ ਪ੍ਰਸੰਗ ਅੱਗੋਂ ਆਉਣਗੇ। ਸੋ ਜਿਵੇਂ ਗੁਰੂ ਕਿਰਪਾ ਕਰਨਗੇ ਤੇ ਕੱਲ ਨੂੰ ਦੂਜੀ ਰਾਸ ਦੀ ਰੁੱਤ ਦੀ ਜਿਹੜੀ ਉਹ ਪ੍ਰਾਰੰਭਤਾ ਕਰਾਂਗੇ। ਪਹਿਲੀ ਰੁੱਤ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ। ਤਾਂ ਸ਼ੁਭਦੀ ਹੈ ਦਾਸਾਂ ਦੀ ਸੁਭਾਵਿਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਸਤਿਗੁਰੂ ਜੀ ਕਿਰਪਾ ਕਰਨ, ਸਭ ਸੰਗਤਾਂ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਨ। ਸਿੱਖ ਪਠਤ ਸੁਨਤ ਚਿਤ ਚਾਏ ਪਾਏ, ਸਭ ਕਰੇ ਇਕਾਵਨ ਇਮਤਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।